Hello everyone, this is Sakshi from Malerkotla. I welcome you all on मेहनती बच्चे. So आज ਦੇ ਲੈਕਚਰ ਦੇ ਵਿੱਚ ਆਪਾਂ ਅਕਤੂਬਰ 2019 ਦੇ 100 ਮੋਸਟ ਇੰਪੋਰਟੈਂਟ ਕਰੰਟ ਅਫੇਅਰਸ ਨੂੰ ਡਿਸਕਸ ਕਰਾਂਗੇ. ਇਹ ਬੇਸਿਕਲੀ ਇਹ ਵਾਲੀ ਸੀਰੀਜ਼ ਦਾ ਪਾਰਟ 1 ਹੈ. ਮਿਨੀਮਮ ਟੂ ਮਿਨੀਮਮ ਪਾਰਟਸ ਦੇ ਵਿੱਚ ਮੈਂ ਸਾਰੇ ਕਰੰਟ ਅਫੇਅਰਸ ਕਵਰ ਕਰਵਾਉਣ ਦੀ ਕੋਸ਼ਿਸ਼ ਕਰੂੰਗੀ ਤੇ ਜਿਹੜਾ ਲਾਸਟ ਪਾਰਟ ਹੋਗਾ ਉਹਦੇ ਵਿੱਚ ਤੁਹਾਨੂੰ MCQs ਵੀ ਮਿਲਣਗੇ. ਓਕੇ, ਤਾਂ ਕਿ ਤੁਹਾਡੀ ਅੱਛੇ ਤਰੀਕੇ ਨਾਲ ਰਿਵੀਜ਼ਨ ਹੋ ਸਕੇ ਤੇ ਤੁਹਾਨੂੰ ਕੌਨਫੀਡੈਂਸ ਆ ਜਾਏ ਕਿ ਹਾਂ ਸਾਨੂੰ करंट अफेयर्स हैं ਜਿਹੜੇ ਉਹ ਸਾਰੇ याद हो गए तो समझ आ गए. ओके, सो आने वाले टाइम ਦੇ ਵਿੱਚ ਤੁਸੀਂ ਅਗਰ ਕੋਈ ਵੀ एग्जाम देना है, चाहे वो PSPCL ਦਾ है, SSC CGL ਦਾ है, ਚੰਡੀਗੜ੍ਹ ਐਡਮਿਨਿਸਟ੍ਰੇਟਿਵ ਕਲਰਕ ਜਾਂ ਸਟੀਨੋਟਾਈਪਿਸਟ ਲਈ ਨਿਕਲਿਆ ਹੋਇਆ ਉਹ ਵਾਲਾ एग्जाम है, ਜਾਂ ਫਿਰ ਜਿਹੜਾ ਨਵੰਬਰ 'ਚ ਨਹੀਂ ਕੰਡਕਟ ਹੋਣਾ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ, ਉਹਨਾਂ ਸਾਰਿਆਂ ਦੇ ਲਈ ਅਕਤੂਬਰ 2019 ਕਰੰਟ ਅਫੇਅਰਸ ਬਹੁਤ ਹੀ ਇੰਪੋਰਟੈਂਟ ਰੋਲ ਪਲੇ ਕਰਨਗੇ. ਸੋ ਇਹਨਾਂ ਨੂੰ ਬਿਲਕੁਲ ਛੋੜ ਕੇ ਨਾ ਜਾਈਓ. ਓਕੇ, ਜ਼ਰੂਰ ਇਹਨਾਂ ਨੂੰ ਕਵਰ ਕਰਿਓ. ਸੋ अगर तुसी PSPCL की तैयारी कर रहे हो तो वो चैनल के उपर PSPCL 2019 कोर्स करके एक प्लेलिस्ट भी थोड़ा मिल जूगी. वो काफ़ी सारी वीडियोस ऐड की गई ने उस एग्जाम नाल रिलेटेड, सो उन्होंने जरूर देखो. इस तो इलावा PSPCL LDC ते स्टीनोटाइपिस्ट ਲਈ ਟੈਸਟ ਸੀਰੀਜ਼ ਵੀ ਲਾਂਚ ਹੋ ਚੁੱਕੀ ਹੈ. अगर कोई भी स्टूडेंट टैस्ट सीरीज़ ਨੂੰ ਬਾਈ ਕਰਨਾ ਚਾਹੁੰਦਾ ਹੈ ਤਾਂ ਉਹਦੇ ਰਿਲੇਟਿਡ ਵੀਡੀਓ ਦਾ ਲਿੰਕ ਹੈ ਜਿਹੜਾ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ 'ਚ ਮਿਲ ਜੂਗਾ, ਸੋ ਉੱਥੇ ਤੁਸੀਂ ਦੇਖ ਸਕਦੇ ਹੋ. ਉਸ ਤੋਂ ਇਲਾਵਾ ਜਿਹੜੇ ਸਟੂਡੈਂਟਸ ਬਾਕੀ ਦੇ ਹੋਰ ਐਗਜ਼ਾਮਸ ਦੀ ਤਿਆਰੀ ਕਰ ਰਹੇ ਹਨ ਉਹਨਾਂ ਲਈ ਮੈਂ ਦੱਸਣਾ ਚਾਹੁੰਦੀ ਹਾਂ ਕਿ ਰੀਜ਼ਨਿੰਗ ਇੰਗਲਿਸ਼ ਨਾਲ ਰਿਲੇਟਿਡ ਤੁਹਾਨੂੰ ਵੀਡੀਓਜ਼ ਮਿਲ ਜਾਣਗੀਆਂ. ਉਸ ਤੋਂ ਇਲਾਵਾ GK ਦੇ ਕੁਝ ਟੌਪਿਕਸ ਲਾਈਕ ਮਾਡਰਨ ਹਿਸਟਰੀ, ਪੋਲਿਟੀ, ਉਹਦੇ ਰਿਲੇਟਿਡ ਵੀਡੀਓਜ਼ ਵੀ ਚੈਨਲ ਦੇ ਉੱਪਰ ਅਵੇਲੇਬਲ ਹੈ, ਸੋ ਤੁਸੀਂ ਦੇਖ ਸਕਦੇ ਹੋ. ਸੋ ਅਗਰ ਤੁਸੀਂ ਚਾਹੁੰਦੇ ਹੋ ਕਿ ਆਉਣ ਵਾਲੀ ਵੀਡੀਓਜ਼ ਦੀ ਨੋਟੀਫਿਕੇਸ਼ਨ ਟਾਈਮ ਟੂ ਟਾਈਮ ਤੁਹਾਨੂੰ ਮਿਲਦੀ ਰਹੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਕਲਿੱਕ ਕਰੋ. ਅਗਰ ਵੀਡੀਓਜ਼ ਅੱਛੀਆਂ ਲੱਗਦੀਆਂ ਤਾਂ ਲਾਈਕ ਕਰੋ ਤੇ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ. ਸੋ ਸਟਾਰਟ ਕਰਦੇ ਹਾਂ ਅੱਜ ਦੀ ਡਿਸਕਸ਼ਨ. ਓਕੇ, ਸਭ ਤੋਂ ਪਹਿਲਾ ਕਰੰਟ ਅਫੇਅਰ, ਇਹਦੇ ਵੈਸੇ ਪੂਰੇ 100% ਚਾਂਸ ਹੈ ਆਉਣ ਦੇ ਐਗਜ਼ਾਮਸ ਦੇ ਵਿੱਚ. ਓਕੇ, ਦੇਖੋ ਲਿeutenant ਗਵਰਨਰਸ ਨੂੰ ਹੁਣੀ ਅਪੁਆਇੰਟ ਕੀਤਾ ਗਿਆ. ਸਭ ਤੋਂ ਪਹਿਲਾਂ ਤਾਂ ਹੁਣ ਆਪਾਂ ਨੂੰ ਪਤਾ ਹੈ ਕਿ ਜਿਹੜਾ ਜੰਮੂ ਕਸ਼ਮੀਰ ਹੈ ਉਹ ਇੱਕ ਸਟੇਟ ਨਹੀਂ ਰਹੀ. ਓਕੇ, ਹੁਣ ਜੰਮੂ ਕਸ਼ਮੀਰ UT ਬਣ ਚੁੱਕੀ ਹੈ. ਓਕੇ, ਸੋ ਜੰਮੂ ਕਸ਼ਮੀਰ ਦੇ ਜਿਹੜੇ ਫਸਟ ਲਿeutenant ਗਵਰਨਰ ਹੈ ਉਹਨਾਂ ਦਾ ਨਾਮ ਤੁਹਾਨੂੰ ਪਤਾ ਹੀ ਹੋਣਾ ਚਾਹੀਦਾ. ਕੌਣ ਹੈ? ਗਿਰੀਸ਼ ਚੰਦਰ ਮੁਰਮੂ. ਓਕੇ, ਤੇ ਇਹਨਾਂ ਨੂੰ ਓਥ ਕਿਹਨਾਂ ਨੇ ਦਵਾਈ ਸੀ? ਇਹਨਾਂ ਨੂੰ ਓਥ ਦਵਾਈ ਸੀ ਚੀਫ ਜਸਟਿਸ ਆਫ ਜੰਮੂ ਐਂਡ ਕਸ਼ਮੀਰ ਹਾਈ ਕੋਰਟ. ਉਹਨਾਂ ਦਾ ਨਾਮ ਹੈ ਗੀਤਾ ਮਿੱਤਲ. ਓਕੇ, ਬਹੁਤ ਇੰਪੋਰਟੈਂਟ ਕੁਐਸਚਨ ਹੈ, ਇਹ ਯਾਦ ਰੱਖਿਓ. ਉਸ ਤੋਂ ਬਾਅਦ ਅਗਰ ਲਦਾਖ ਦੇ ਲਿeutenant ਗਵਰਨਰ ਦੀ ਗੱਲ ਕਰੀਏ ਤਾਂ ਉਹ ਕੌਣ ਨੇ? RK ਮਾਥੁਰ. ਓਕੇ, RK ਮੀਨਸ ਰਾਧਾ ਕ੍ਰਿਸ਼ਨ ਮਾਥੁਰ. ਓਕੇ, ਸੋ ਬਹੁਤ ਇੰਪੋਰਟੈਂਟ ਹੈ ਵਾਲਾ, ਇਹਨੂੰ ਯਾਦ ਰੱਖਿਓ. ਓਕੇ, ਤਿੰਨੋਂ ਫੈਕਟਸ ਇੰਪੋਰਟੈਂਟ ਹੈ. ਉਸ ਤੋਂ ਬਾਅਦ ਨੈਕਸਟ ਸੈਕਿੰਡ ਕਰੰਟ ਅਫੇਅਰ ਹੈ, ਐਸੀ ਕਿਹੜੀ ਕੰਟਰੀ ਹੈ ਜਿਨੇ ਰੀਸੈਂਟਲੀ ਕਿਹਾ ਹੈ ਕਿ ਅਗਰ ਇੰਡੀਅਨਸ ਨੇ ਇਹ ਵਾਲੀ ਕੰਟਰੀ ਨੂੰ ਵਿਜ਼ਿਟ ਕਰਨਾ ਹੈ, ਚਾਹੇ ਉਹ ਟੂਰਿਜ਼ਮ ਪਰਪਸ ਦੇ ਲਈ ਹੈ ਜਾਂ ਫਿਰ ਬਿਜ਼ਨਸ ਪਰਪਸ ਦੇ ਲਈ ਹੈ, ਤਾਂ ਉਹਨਾਂ ਨੂੰ ਵੀਜ਼ਾ ਦੀ ਲੋੜ ਨਹੀਂ ਹੈ. ਸੋ ਕੰਟਰੀ ਦਾ ਨਾਮ ਹੈ ਬ੍ਰਾਜ਼ੀਲ. ਸੋ ਥਰਡ ਕਰੰਟ ਅਫੇਅਰ ਹੈ, ਲਖਨਊ ਬੇਸਡ ਸਿਟੀ ਮੌਂਟੇਸੋਰੀ ਸਕੂਲ ਇਹ ਨਿਊਜ਼ 'ਚ ਕਿਉਂ ਹੈ? ਬਿਕੋਜ਼ ਇਹ ਸਕੂਲ ਨੇ ਗਿਨੀਜ਼ ਵਰਲਡ ਰਿਕਾਰਡ ਦੇ ਵਿੱਚ ਆਪਣਾ ਨਾਮ ਦਰਜ ਕਰਵਾਇਆ. ਕਿਉਂ? ਬਿਕੋਜ਼ ਇਹ ਵਰਲਡ ਦਾ ਲਾਰਜੈਸਟ ਸਕੂਲ ਬਣ ਚੁੱਕਿਆ ਇਨ ਟਰਮਸ ਆਫ ਸਟਰੈਂਥ ਆਫ ਸਟੂਡੈਂਟਸ. ਓਕੇ, ਸੋ ਯਾਦ ਰੱਖਿਓ ਕਿਤੇ ਨਾ ਕਿਤੇ ਤੁਹਾਨੂੰ ਪੁੱਛਿਆ ਜਾ ਸਕਦਾ ਇਹਦੇ ਬਾਰੇ. ਉਹ ਤੋਂ ਬਾਅਦ ਨੈਕਸਟ ਕਰੰਟ ਅਫੇਅਰ ਹੈ ਕੋਲੰਬੋ ਡੈਕਲੇਰੇਸ਼ਨ ਔਨ ਸਸਟੇਨੇਬਲ ਨਾਈਟ੍ਰੋਜਨ ਮੈਨੇਜਮੈਂਟ ਦੇ ਬਾਰੇ. ਇਹ ਬੇਸਿਕਲੀ ਹੈ ਕਿ ਇਹ ਬੇਸਿਕਲੀ ਰੋਡ ਮੈਪ ਹੈ ਫॉर ਐਕਸ਼ਨ ਔਨ ਨਾਈਟ੍ਰੋਜਨ ਚੈਲੰਜਿਸ. ਓਕੇ, ਬੇਸਿਕਲੀ ਦੇਖੋ ਜਿਹੜੀ ਇਹ ਡੈਕਲੇਰੇਸ਼ਨ ਹੈ ਇਹਦਾ ਏਮ ਕੀ ਹੈ ਕਿ ਜਿਹੜਾ ਨਾਈਟ੍ਰੋਜਨ ਵੇਸਟ ਜਿੰਨਾ ਵੀ ਜਨਰੇਟ ਹੁੰਦਾ ਹੈ ਉਹਨੂੰ ਹਾਫ ਕੀਤਾ ਜਾਵੇ ਬਾਈ 2030. ਓਕੇ, ਉਹ ਤੋਂ ਬਾਅਦ ਹੁਣ ਇਹ ਜਿਹੜਾ ਕੋਲੰਬੋ ਡੈਕਲੇਰੇਸ਼ਨ ਹੈ ਔਨ ਸਸਟੇਨੇਬਲ ਨਾਈਟ੍ਰੋਜਨ ਮੈਨੇਜਮੈਂਟ ਇਹਨੂੰ ਆਰਗੇਨਾਈਜ਼ ਕਿਹਨੇ ਕੀਤਾ? ਸ਼੍ਰੀਲੰਕਾ ਨੇ. ਨਾਲ ਸ਼੍ਰੀਲੰਕਾ ਨੂੰ ਸਪੋਰਟ ਕੀਤਾ ਯੂਨਾਈਟਿਡ ਨੇਸ਼ਨਸ ਨੇ ਤੇ ਉਹਦੇ ਮੈਂਬਰ ਨੇਸ਼ਨਸ ਨੇ. ਓਕੇ, ਬੇਸਿਕਲੀ ਨਾ ਪਤਾ ਕੀ ਹੈ, ਪੇਪਰ 'ਚ ਐਵੇਂ ਆ ਸਕਦਾ ਕਿ ਕੋਲੰਬੋ ਡੈਕਲੇਰੇਸ਼ਨ ਆਫ ਸਸਟੇਨੇਬਲ ਨਾਈਟ੍ਰੋਜਨ ਮੈਨੇਜਮੈਂਟ ਜਿਹੜਾ ਹੈ ਉਹ ਕਿਸ ਨਾਲ ਰਿਲੇਟਿਡ ਹੈ. ਠੀਕ ਹੈ, ਉਹਦਾ ਮੇਨ ਮਕਸਦ ਕੀ ਹੈ ਕਿ ਨਾਈਟ੍ਰੋਜਨ ਦਾ ਜਿਹੜਾ ਵੇਸਟ ਹੈ ਉਹਨੂੰ 2030 ਤੱਕ ਹਾਫ ਕਰਨਾ, ਜਾਂ ਫਿਰ ਕਿਹੜੀ ਕੰਟਰੀ ਨੂੰ ਆਰਗੇਨਾਈਜ਼ ਕੀਤਾ? ਸ਼੍ਰੀਲੰਕਾ. ਸੋ ਛੋਟੇ ਛੋਟੇ ਫੈਕਟਸ ਬਣ ਕੇ ਪੇਪਰ 'ਚ ਕੁਐਸਚਨ ਆ ਜਾਂਦੇ ਆ, ਸੋ ਇਹਨਾਂ ਨੂੰ ਯਾਦ ਰੱਖਣਾ ਜ਼ਰੂਰੀ ਹੈ. ਓਕੇ, ਉਹ ਤੋਂ ਬਾਅਦ ਨੈਕਸਟ ਕਰੰਟ ਅਫੇਅਰ ਹੈ ਰਿਗਾਰਡਿੰਗ G20 ਹੈਲਥ ਮਿਨਿਸਟਰ ਮੀਟਿੰਗ. ਇਹਦੇ ਬਾਰੇ ਤੁਹਾਨੂੰ ਇੰਨਾ ਫੈਕਟ ਪਤਾ ਹੋਣਾ ਚਾਹੀਦਾ ਕਿ ਜਿਹੜੀ ਇਹ ਮੀਟਿੰਗ ਹੈ ਹੋਈ ਕਿੱਥੇ? ਜਾਪਾਨ ਦੇ ਵਿੱਚ. ਓਕੇ, ਉਹ ਤੋਂ ਬਾਅਦ ਸੋ ਨੈਕਸਟ ਸਿਕਸਥ ਕਰੰਟ ਅਫੇਅਰ ਹੈ ਰਿਗਾਰਡਿੰਗ ਕਰਨਲ ਚੇਵਾਂਗ ਰਿਚਨ ਸੇਤੂ. ਓਕੇ, ਬੇਸਿਕਲੀ ਉਰੇ ਆਪਾਂ ਇੱਕ ਬ੍ਰਿਜ ਦੀ ਗੱਲ ਕਰ ਰਹੇ ਹਾਂ. ਜਿਹੜਾ ਉਹ ਬ੍ਰਿਜ ਹੈ ਉਹ ਹਾਈਐਸਟ ਬ੍ਰਿਜ ਹੈ ਇੰਡੀਆ ਦਾ ਤੇ ਉਹਨੂੰ ਇਨੋਗਰੇਟ ਕਿੱਥੇ ਕੀਤਾ ਗਿਆ? ਲਦਾਖ ਦੇ ਵਿੱਚ. ਕਿਹੜੇ ਰਿਵਰ ਦੇ ਅਕ੍ਰੋਸ? ਸ਼ਿਓਕ ਰਿਵਰ. ਓਕੇ, ਹੁਣ ਅਗਰ ਤੁਸੀਂ ਸੇਤੂ ਦਾ ਜਾਂ ਬ੍ਰਿਜ ਦਾ ਨਾਮ ਦੇਖੋ ਤਾਂ ਕਿਹਨਾਂ ਦੇ ਨਾਮ ਦੇ ਉੱਪਰ ਬ੍ਰਿਜ ਦਾ ਨਾਮ ਰੱਖਿਆ ਗਿਆ? ਕਰਨਲ ਚੇਵਾਂਗ ਰਿਚਨ ਦੇ ਨਾਮ ਦੇ ਉੱਪਰ ਰੱਖਿਆ ਗਿਆ. ਓਕੇ, ਸੋ ਇਹਨਾਂ ਬਾਰੇ ਤੁਸੀਂ ਇੱਕ ਗੱਲ ਯਾਦ ਰੱਖਣੀ ਹੈ ਕਿ ਜਿਹੜੇ ਕਰਨਲ ਚੇਵਾਂਗ ਰਿਚਨ ਹੈ ਉਹਨਾਂ ਨੂੰ ਲਾਇਨ ਆਫ ਲਦਾਖ ਵੀ ਬੋਲਿਆ ਜਾਂਦਾ ਹੈ. ਓਕੇ, ਸੋ ਸੈਵਨਥ ਕਰੰਟ ਅਫੇਅਰ ਹੈ ਰਿਗਾਰਡਿੰਗ ਅ ਬੁੱਕ. ਬੇਸਿਕਲੀ
ਰੀਸੈਂਟਲੀ ਪ੍ਰਾਈਮ ਮਿਨਿਸਟਰ ਮੋਦੀ ਨੇ ਇੱਕ ਬੁੱਕ ਨੂੰ ਰਿਲੀਜ਼ ਕੀਤਾ। ਬੁੱਕ ਦਾ ਨਾਮ ਕੀ ਹੈ ਤੇ ਉਹਦੇ ਆਥਰ ਦਾ ਨਾਮ ਤੁਹਾਨੂੰ ਪਤਾ ਹੋਣਾ ਚਾਹੀਦਾ। ਸਭ ਤੋਂ ਪਹਿਲਾਂ ਅਗਰ ਆਪਾਂ ਬੁੱਕ ਦੀ ਗੱਲ ਕਰੀਏ ਤਾਂ ਬੁੱਕ ਦਾ ਨਾਮ ਹੈ ਬ੍ਰਿਜੀਟਲ ਨੇਸ਼ਨ that is solving technology's people problem। ਬੇਸਿਕਲੀ ਬੁੱਕ ਦੇ ਵਿੱਚ ਕਿਹਾ ਗਿਆ ਕਿ ਟੈਕਨੋਲੋਜੀ ਤੇ ਪੀਪਲ ਦੇ ਵਿੱਚ ਇੱਕ ਬਹੁਤ ਹੀ ਅੱਛਾ ਰਿਲੇਸ਼ਨ ਹੈ। ਅਗਰ ਲੋਕ ਚਾਹਣ ਤਾਂ ਟੈਕਨੋਲੋਜੀ ਨੂੰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਯੂਜ਼ ਕਰ ਸਕਦੇ ਆ। ਓਕੇ, ਉਹ ਤੋਂ ਬਾਅਦ ਆਥਰ ਕੌਣ ਹੈ? ਐਨ ਚੰਦਰਸ਼ੇਖਰਨ, ਜੋ ਕਿ ਟਾਟਾ ਸੰਸ ਦੇ ਚੇਅਰਮੈਨ ਹੈ। ਐਂਡ ਸੈਕਿੰਡ ਇਜ਼ ਰੂਪਾ ਪੁਰਸ਼ੋਤਮਨ। ਓਕੇ, ਉਹ ਤੋਂ ਬਾਅਦ ਨੈਕਸਟ ਕਰੰਟ ਅਫੇਅਰ ਹੈ ਰਿਗਾਰਡਿੰਗ ਇੰਡੋਨੇਸ਼ੀਆਜ਼ ਨਿਊ ਪ੍ਰੈਜ਼ੀਡੈਂਟ। ਸੋ ਇੰਡੋਨੇਸ਼ੀਆ ਦੇ ਨਿਊ ਪ੍ਰੈਜ਼ੀਡੈਂਟ ਕੌਣ ਬਣੇ ਆ? ਬੇਸਿਕਲੀ ਇਹ ਸੈਕਿੰਡ ਟਾਈਮ ਬਣੇ ਆ। ਇਹਨਾਂ ਦਾ ਨਾਮ ਹੈ ਜੋਕੋ ਵਿਡੋਡੋ। ਓਕੇ, ਇਹਨਾਂ ਨੂੰ ਜੋਕੋਵੀ ਵੀ ਬੋਲਿਆ ਜਾਂਦਾ ਹੈ। ਓਕੇ, ਉਹ ਤੋਂ ਬਾਅਦ ਨੈਕਸਟ 9th ਕਰੰਟ ਅਫੇਅਰ ਹੈ ਰਿਗਾਰਡਿੰਗ GFSEC that is Global Forum on Steel Excess Capacity Ministerial Meeting। ਓਕੇ, ਬੇਸਿਕਲੀ ਜਿਹੜੀ ਇਹ ਮੀਟਿੰਗ ਹੈ ਕਿੱਥੇ ਹੋਈ? ਜਾਪਾਨ ਦੇ ਟੋਕੀਓ ਦੇ ਵਿੱਚ। ਤੇ ਇਹਨੂੰ ਇੰਡੀਆ ਤੋਂ ਕਿਹਨਾਂ ਨੇ ਅਟੈਂਡ ਕੀਤਾ? ਸ਼੍ਰੀ ਧਰਮੇਂਦਰ ਪ੍ਰਧਾਨ ਜੀ ਨੇ। ਓਕੇ, ਤੁਸੀਂ ਕਮੈਂਟ ਸੈਕਸ਼ਨ 'ਚ ਦੱਸਣਾ ਹੈ ਕਿ ਇਹ ਕੌਣ ਹੈ। ਸੋ ਨੈਕਸਟ ਕਰੰਟ ਅਫੇਅਰ ਇਜ਼ ਰਿਗਾਰਡਿੰਗ ਭੀਮ ਐਪ। ਭੀਮ ਐਪ ਨਿਊਜ਼ 'ਚ ਕਿਉਂ ਹੈ? ਬਿਕੋਜ਼ ਭੀਮ ਐਪ ਦਾ ਇੱਕ ਨਿਊ ਵਰਜ਼ਨ ਜਿਹਨੂੰ ਭੀਮ 2.0 ਬੋਲਦੇ ਉਹਨੂੰ ਲਾਂਚ ਕੀਤਾ ਗਿਆ। ਓਕੇ, ਸਭ ਤੋਂ ਪਹਿਲਾਂ ਆਪਾਂ ਭੀਮ ਐਪ ਦੇ ਬਾਰੇ ਕੁਝ ਬੇਸਿਕਸ ਪੜ੍ਹਦੇ ਹਾਂ ਜਿਹਦੇ ਉੱਪਰ ਕੁਐਸਚਨਸ ਆਉਂਦੇ ਰਹਿੰਦੇ ਐਗਜ਼ਾਮਸ ਦੇ ਵਿੱਚ। ਭੀਮ ਐਪ ਜਿਹੜੀ ਹੈ ਉਹ UPI ਬੇਸਡ ਪੇਮੈਂਟ ਇੰਟਰਫੇਸ ਐਪਲੀਕੇਸ਼ਨ ਹੈ। ਇਹਨੂੰ ਡਿਵੈਲਪ ਕਿਹਨੇ ਕੀਤਾ ਹੈ? ਬਹੁਤ ਵਾਰ ਪੁੱਛਦੇ ਆ। ਡਿਵੈਲਪ ਕੀਤਾ ਇਹਨੂੰ ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ ਨੇ। ਓਕੇ, ਤੇ ਜਿਹੜਾ ਭੀਮ 2.0 ਹੈ ਉਹ ਅਪਗ੍ਰੇਡਡ ਵਰਜ਼ਨ ਹੈ ਭੀਮ ਐਪ ਦਾ। ਮਤਲਬ ਜਿਹੜਾ ਭੀਮ 2.0 ਹੈ ਉਹਦੇ ਵਿੱਚ ਕੁਝ ਹੋਰ ਵੀ ਐਡੀਸ਼ਨਸ ਹੋਣਗੇ ਐਜ਼ ਕੰਪੇਅਰ ਟੂ ਭੀਮ ਐਪ। ਸੋ ਉਹਦੇ ਵਿੱਚ ਤੁਸੀਂ ਇੱਕ ਇੰਪੋਰਟੈਂਟ ਫੈਕਟ ਯਾਦ ਰੱਖਣਾ ਹੈ ਕਿ ਜਿਹੜਾ ਭੀਮ 2.0 ਹੈ ਉਹ 3 ਹੋਰ ਲੈਂਗੁਏਜਸ ਨੂੰ ਸਪੋਰਟ ਕਰੂਗਾ। ਕਿਹੜੀ ਕਿਹੜੀ? ਕੋਂਕਣੀ, ਹਰਿਆਣਵੀ ਤੇ ਭੋਜਪੁਰੀ। ਇਹਨਾਂ ਬਾਰੇ ਪੁੱਛ ਸਕਦੇ ਆ ਪੇਪਰ ਦੇ ਵਿੱਚ। ਓਕੇ, ਉਹ ਤੋਂ ਬਾਅਦ ਨੈਕਸਟ ਕਰੰਟ ਅਫੇਅਰ ਆਪਾਂ ਡਿਸਕਸ ਕਰਦੇ ਹਾਂ। ਇਹ ਹੈ ਰਿਗਾਰਡਿੰਗ ਸੇਚਿਨ ਗਲੇਸ਼ੀਅਰ। ਸੇਚਿਨ ਗਲੇਸ਼ੀਅਰ ਨੂੰ ਵਰਲਡਸ ਹਾਈਐਸਟ ਬੈਟਲਫੀਲਡ ਵੀ ਬੋਲਿਆ ਜਾਂਦਾ ਹੈ। ਇਹ ਨਿਊਜ਼ 'ਚ ਕਿਉਂ ਹੈ? ਬਿਕੋਜ਼ ਹੁਣ ਇਹ ਜਿਹੜਾ ਸੇਚਿਨ ਗਲੇਸ਼ੀਅਰ ਹੈ ਇਹਨੂੰ ਟੂਰਿਸਟ ਦੇ ਲਈ ਖੋਲ੍ਹ ਦਿੱਤਾ ਗਿਆ। ਓਕੇ, ਉਹ ਤੋਂ ਬਾਅਦ ਹੁਣ ਆਪਾਂ ਸੇਚਿਨ ਗਲੇਸ਼ੀਅਰ ਦੇ ਬਾਰੇ ਕੁਝ ਬੇਸਿਕਸ ਦੀ ਗੱਲ ਕਰੀਏ। ਸਭ ਤੋਂ ਪਹਿਲਾਂ ਕਾਰਾਕੋਰਮ ਰੇਂਜ ਦੇ ਵਿੱਚ ਹੈ। ਸੇਚਿਨ ਗਲੇਸ਼ੀਅਰ ਨੂੰ ਹਾਈਐਸਟ ਮਿਲਟਰੀਰਾਈਜ਼ਡ ਜ਼ੋਨ ਇਨ ਦਾ ਵਰਲਡ ਵੀ ਬੋਲਿਆ ਜਾਂਦਾ ਹੈ। ਠੀਕ ਹੈ, ਤੇ ਬੋਨ ਆਫ ਕੰਟੈਂਸ਼ਨ ਹੈ ਇੰਡੀਆ ਪਾਕਿਸਤਾਨ ਦੇ ਵਿੱਚ। ਬੇਸਿਕਲੀ ਇੰਡੀਅਨ ਆਰਮੀ ਨੇ ਸੇਚਿਨ ਗਲੇਸ਼ੀਅਰ ਦੇ ਉੱਪਰ ਕੰਟਰੋਲ ਕੀਤਾ ਸੀ। ਕਿਹੜੇ ਆਪਰੇਸ਼ਨ ਨਾਲ? ਆਪਰੇਸ਼ਨ ਮੇਘਦੂਤ। ਕਈ ਵਾਰ ਨਾਮ ਆ ਸਕਦਾ ਹੈ ਪੇਪਰ ਦੇ ਵਿੱਚ ਆਪਰੇਸ਼ਨ ਦਾ, ਸੋ ਯਾਦ ਰੱਖਿਓ। ਓਕੇ, ਉਹ ਤੋਂ ਬਾਅਦ ਸੋ ਨੈਕਸਟ 12th ਕਰੰਟ ਅਫੇਅਰ ਹੈ ਰਿਗਾਰਡਿੰਗ ਨੈਸ਼ਨਲ ਕ੍ਰਾਈਮ ਬਿਊਰੋ ਸਟੈਟਿਕਸ। ਓਕੇ, ਬੇਸਿਕਲੀ ਨੈਸ਼ਨਲ ਕ੍ਰਾਈਮ ਬਿਊਰੋ ਸਟੈਟਿਕਸ ਨੂੰ ਰਿਲੀਜ਼ ਕੀਤਾ ਗਿਆ ਫॉर 2017। ਇਹਦੇ ਵਿੱਚ ਕੁਝ ਤੁਸੀਂ ਇੰਪੋਰਟੈਂਟ 2 ਫੈਕਟਸ ਯਾਦ ਰੱਖਣੇ। ਸਭ ਤੋਂ ਪਹਿਲਾਂ ਇਹਦੇ ਅਕੋਰਡਿੰਗ ਜਿਹੜੇ ਮੈਕਸਿਮਮ ਕ੍ਰਾਈਮਸ ਆ ਉਹ ਕਿੱਥੇ ਹੁੰਦੇ ਆ? ਤਮਿਲਨਾਡੂ ਦੇ ਵਿੱਚ। ਤੇ ਸੈਕਿੰਡ ਇਹਦੇ ਵਿੱਚ ਕਿਹਾ ਗਿਆ ਕਿ ਅਗਰ ਆਪਾਂ 2015 ਦੇ ਕੰਪੈਰੀਟਿਵਲੀ ਦੇਖੀਏ 2017 ਦੇ ਵਿੱਚ ਜਿਹੜੇ ਕ੍ਰਾਈਮਸ ਹੈ ਉਹ 3.6% ਨਾਲ ਇਨਕਰੀਜ਼ ਹੋਏ ਨੇ। ਓਕੇ, ਉਹ ਤੋਂ ਬਾਅਦ 13th ਕਰੰਟ ਅਫੇਅਰ ਹੈ ਐਸੀ ਕਿਹੜੀ ਸਟੇਟ ਗਵਰਨਮੈਂਟ ਹੈ ਜਿਨ੍ਹਾਂ ਨੇ ਕਿਹਾ ਕਿ ਉਹ ਕੋਈ ਵੀ ਐਸੇ ਪਰਸਨ ਜਿਨ੍ਹਾਂ ਦੇ 2 ਤੋਂ ਜ਼ਿਆਦਾ ਬੱਚੇ ਹੋਣਗੇ ਆਫਟਰ ਜਨਵਰੀ 1 2021 ਉਹਨਾਂ ਨੂੰ ਗਵਰਨਮੈਂਟ ਜੌਬ ਨਹੀਂ ਦਿੱਤੀ ਜਾਊਗੀ। ਸੋ ਕਿਹੜੀ ਸਟੇਟ ਗਵਰਨਮੈਂਟ ਹੈ? ਬਹੁਤ ਹੀ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੈ। ਸੋ ਉਹ ਸਟੇਟ ਗਵਰਨਮੈਂਟ ਹੈਗੀ ਹੈ ਅਸਾਮ ਦੀ। ਓਕੇ, ਬੇਸਿਕਲੀ ਅਸਾਮ ਦੀ ਗਵਰਨਮੈਂਟ ਨੇ ਕਿਹਾ ਕਿ ਕੋਈ ਵੀ ਗਵਰਨਮੈਂਟ ਜੌਬ ਉਹਨਾਂ ਲੋਕਾਂ ਨੂੰ ਨਹੀਂ ਦਿੱਤੀ ਜਾਊਗੀ ਜਿਨ੍ਹਾਂ ਦੇ ਜਨਵਰੀ 1 2021 ਤੋਂ ਬਾਅਦ 2 ਤੋਂ ਜ਼ਿਆਦਾ ਬੱਚੇ ਹੋਣਗੇ। ਓਕੇ, ਉਹ ਤੋਂ ਬਾਅਦ ਨੈਕਸਟ 14th ਕਰੰਟ ਅਫੇਅਰ ਹੈ ਰਿਗਾਰਡਿੰਗ ਫੀਡ ਆਵਰ ਫਿਊਚਰ ਕੈਂਪੇਨ 2019। ਬੇਸਿਕਲੀ ਜਿਹੜਾ ਕੈਂਪੇਨ ਹੈ ਉਹਨੂੰ 3 ਜਾਣਿਆਂ ਨੇ ਮਿਲ ਕੇ ਚਲਾਇਆ। ਕੌਣ? ਵਰਲਡ ਫੂਡ ਪ੍ਰੋਗਰਾਮ, UFO ਮੂਵੀਜ਼ ਐਂਡ ਸਾਵਾ। ਓਕੇ, ਜਿਹੜੇ ਕੈਂਪੇਨ ਹੈ ਉਹਨੂੰ ਕਿਹਦੇ ਅਗੇਂਸਟ ਚਲਾਇਆ ਗਿਆ? ਅਗੇਂਸਟ ਹੰਗਰ ਐਂਡ ਮਾਲ ਨਿਊਟ੍ਰੀਸ਼ਨ ਇਨ ਇੰਡੀਆ। ਓਕੇ, ਉਹ ਤੋਂ ਬਾਅਦ ਤੁਸੀਂ ਇਹ ਯਾਦ ਰੱਖਣਾ ਕਿ ਜਿਹੜਾ ਵਰਲਡ ਫੂਡ ਪ੍ਰੋਗਰਾਮ ਹੈ ਉਹ ਬੇਸਿਕਲੀ ਯੂਨਾਈਟਿਡ ਨੇਸ਼ਨ ਦੀ ਫੂਡ ਅਸਿਸਟੈਂਟ ਬ੍ਰਾਂਚ ਹੈ ਤੇ ਇਹਦਾ ਹੈੱਡਕੁਆਟਰ ਕਿੱਥੇ ਹੈ? ਇਟਲੀ ਦੇ ਰੋਮ ਦੇ ਵਿੱਚ। ਓਕੇ, ਫੂਡ ਤੋਂ ਤੁਸੀਂ ਯਾਦ ਰੱਖ ਸਕਦੇ ਹੋ ਫੂਡ ਦੇ ਵਿੱਚ ਡਬਲ O ਆਉਂਦਾ ਨਾ, ਤਾਂ ਰੋਮ ਦੇ ਵਿੱਚ ਵੀ O ਆਉਂਦਾ। ਸੋ ਇਹਦੇ ਨਾਲ ਇੰਟਰ ਰਿਲੇਟ ਕਰਕੇ ਤੁਸੀਂ ਯਾਦ ਰੱਖ ਸਕਦੇ ਹੋ। ਉਹ ਤੋਂ ਬਾਅਦ ਨੈਕਸਟ 15th ਕਰੰਟ ਅਫੇਅਰ ਹੈ ਰਿਗਾਰਡਿੰਗ ਵਰਲਡਸ ਓਲਡੈਸਟ ਨੈਚੁਰਲ ਪਰਲ। ਇਹਨੂੰ ਕਿੱਥੋਂ ਫਾਈਂਡ ਕੀਤਾ ਗਿਆ ਹੈ? ਆਬੂ ਧਾਬੀ ਦੇ ਮਰਾਵਾ ਆਈਲੈਂਡ ਤੋਂ। ਓਕੇ, ਉਹ ਤੋਂ ਬਾਅਦ ਨੈਕਸਟ ਨਿਊਜ਼ ਹੈ ਰਿਗਾਰਡਿੰਗ UIDAI। ਨਿਊਜ਼ 'ਚ ਕਿਉਂ ਹੈ? ਬਿਕੋਜ਼ UIDAI ਦੇ ਨਿਊ CEO ਨੂੰ ਰੀਸੈਂਟਲੀ ਅਪੁਆਇੰਟ ਕੀਤਾ ਗਿਆ। ਸਭ ਤੋਂ ਪਹਿਲਾਂ ਤਾਂ ਉਹਨਾਂ ਦਾ ਨਾਮ ਪਤਾ ਹੋਣਾ ਚਾਹੀਦਾ। ਕੌਣ ਹੈ ਉਹ? ਪੰਕਜ ਕੁਮਾਰ। ਓਕੇ, UIDAI ਦੀ ਅਗਰ ਆਪਾਂ ਫੁੱਲ ਫਾਰਮ ਦੀ ਗੱਲ ਕਰੀਏ ਤਾਂ ਕੀ ਹੁੰਦਾ? ਯੂਨੀਕ ਆਈਡੈਂਟੀਫਿਕੇਸ਼ਨ ਅਥਾਰਟੀ ਆਫ ਇੰਡੀਆ। ਤੇ ਇਹਦਾ ਕੰਮ ਕੀ ਹੁੰਦਾ ਹੈ ਕਿ ਆਧਾਰ ਕਾਰਡ ਨੂੰ ਇਸ਼ੂ ਕਰਦੀ ਹੈ। ਓਕੇ, ਉਹ ਤੋਂ ਬਾਅਦ ਨੈਕਸਟ 17th ਕਰੰਟ ਅਫੇਅਰ ਹੈ ਰਿਗਾਰਡਿੰਗ NAM ਸਮਿਟ। ਬੇਸਿਕਲੀ 18th NAM ਸਮਿਟ ਕੰਡਕਟ ਕੀਤੀ ਗਈ
ਇਹ ਕਿੱਥੇ ਹੋਈ? ਇਹ ਬੇਸਿਕਲੀ ਅਜ਼ਰਬਾਈਜਾਨ ਦੇ ਬਾਕੂ ਦੇ ਵਿੱਚ ਹੋਈ। ਓਕੇ, ਤੇ ਇੱਥੋਂ ਇੰਡੀਅਨ ਡੈਲੀਗੇਸ਼ਨ ਨੂੰ ਕਿਹਨੇ ਲੀਡ ਕੀਤਾ? ਐਮ ਵਿਨੇਕਾ ਨਾਇਡੂ, ਜੋ ਕਿ ਆਪਣੇ ਵਾइस प्रेजिडेंट ने करंट। ओके, सो अगर आप नैम के बारे कुछ बेसिक्स पढ़ीए, क्योंकि नैम न्यूज़ बहुत रहिंदा, तो हो सकता है किते ना किते क्वेश्चन आ जाए। ओके, जो नैम है बेसिकली वो 120 डेवलपिंग वर्ल्ड स्टेट्स का एक फॉर्म है, तो ये हैडक्वार्टर्स कित्थे हैं? इंडोनेशिया के जाकार्ता दे विच। ओके, दैन 18th करंट अफेयर है रिगार्डिंग वुशू वर्ल्ड चैंपीयनशिप। वुशू वर्ल्ड चैंपीयनशिप जिहड़ी है वो रिसेंटली कित्थे कंडक्ट की गई? चाइना के शंघाई दे विच। ते ये इंपॉर्टेंट क्यों है? बिकॉज परवीन कुमार ऐसे फर्स्ट इंडियन मैन बन गए जिन्हों ने कि 48 kg कैटेगरी दे विच गोल्ड मैडल जितया है। ओके, तो उन्होंने किनू हराया है? उन्हों का भी नाम कई बार पेपरों च पूछ लेंगे हैं, स्पैशली पंजाब दे। ठीक है, सो परवीन कुमार ने हराया है रजल डायज नू, जो कि फिलीपींस तो बिलोंग करते हैं। ठीक है, सो परवीन कुमार का नाम तुसी याद रखियो। उस तो बाद 19th करंट अफेयर है रिगार्डिंग ईज ऑफ डूइंग बिजनेस रैंकिंग, बहुत ही ज़्यादा इंपॉर्टेंट है। सब तो पहला फैक्ट ईज ऑफ डूइंग बिजनेस रैंकिंग के बारे कि जिहड़ा ईज ऑफ डूइंग बिजनेस रैंकिंग है उन्होंने रिलीज़ किहदे द्वारा किया जाता है? वर्ल्ड बैंक के द्वारा। बहुत ही ज़्यादा इंपॉर्टेंट फैक्ट है। ओके, उस तो बाद इंडिया का रैंक कितना आया? बेसिकली इंडिया का 63rd रैंक आया है इस रैंकिंग दे विच। ते इंडिया का अगर आप पिछले साल के कंपैरेटिवली देखिए, दैट इज़ 2018 नाल कंपेयर करिए, तो इंडिया के रैंकिंग दे विच इंप्रूवमेंट हुई है। इंडिया का रैंक 14 प्लेस अप हो गया। ओके, सो ये भी इंपॉर्टेंट फैक्ट है नो, याद रखियो। और तो बाद सो नैक्सट 20th करंट अफेयर है, ऐसी कंट्री का नाम दसो जिन्हों ने ह्यूज ऑब्जर्वेटरी कंस्ट्रक्ट की है ताकि वो कॉस्मिक रेज के ओरीजन को स्टडी कर सकन। सो कंट्री का नाम की है? चाइना। ओके, अगर आप कॉस्मिक रेज की गल करिए तो कॉस्मिक रेज के बारे अगर आप जानांगे तो आपू यूनीवर्स के ओरीजन के बारे भी पता लगूगा। ओके, सो नैक्सट 21st करंट अफेयर है रिगार्डिंग विजिलेंस अवेयरनेस वीक। इहदा तुसी बस थीम याद रखना है कि जो विजिलेंस अवेयरनेस वीक है थीम की इस साल का इंटीग्रिटी अ वे ऑफ लाइफ, क्योंकि पेपर दे विच डायरैक्टली थीम पूछा जाता है कई बार। ओके, सो नैक्सट 22nd करंट अफेयर है कि गवर्नमेंट ऑफ ओडिशा ते वर्ल्ड बैंक ने हुणे साइन किया 165 मिलियन $US लोन एग्रीमेंट टू स्ट्रेंथन स्मॉल होल्डर फार्मर्स। तो यदा एम की है ताकि वो इंप्लीमेंट कर सकन इंटीग्रेटेड इरीगेशन प्रोजेक्ट फॉर क्लाइमेट रिसिलियंट एग्रीकल्चर। एज इट इज़ एवं चीज़ां पूछ लेंदे हैं पेपर दे विच। बस तुहानूं पता होना चाहिए कि वर्ल्ड बैंक ने किहड़ी स्टेट गवर्नमेंट नाल मिल के इहनूं साइन किया है? गवर्नमेंट ऑफ ओडिशा। ओके, उस तो बाद नैक्सट है 23rd करंट अफेयर। देखो 3 कंट्रीज़ हैं, इंडिया, नेपाल ते भूटान। इन्हां तिन्हां ने मिलके एक MOU मीनस मैमोरेंडम ऑफ अंडरस्टैंडिंग साइन किया है। कादे लई? ताकि एक ट्रांस बाउंड्री वाइल्ड लाइफ कंजरवेशन पार्क नूं क्रिएट किया जाए। बेसिकली जो पार्क होगा वो मानस पार्क की ही एक्सटेंशन होगी। ओके, उस तो बाद हुण अगर आप मानस नैशनल पार्क के बारे कुछ इंपॉर्टेंट फैक्ट्स पढ़िए तो की है कि जो मानस नैशनल पार्क है यूनैस्को की नैचुरल वर्ल्ड हैरीटेज साइट भी है एक। ओके, मानस नैशनल पार्क जो फेमस है फॉर वाइल्ड वाटर बफेलोज के लिए। तो बेसिकली ये है कित्थे? मानस रिवर के उपर लोकेटेड है, जो कि ब्रह्मपुत्र रिवर की ट्रिब्यूटरी है। ओके, उस तो बाद नेक्स्ट 24th करंट अफेयर है रिगार्डिंग महारत्ना स्टेटस। गवर्नमेंट ऑफ इंडिया ने रिसेंटली अकॉर्ड किया है महारत्ना स्टेटस ऐसे 2 PSUs नूं। केड़े हैं? पहला है HPCL ते सैकेंड इज पावर ग्रिड कॉरपोरेशन। HPCL मीनस हिंदुस्तान पेट्रोलियम कॉरपोरेशन लिमिटेड, तो सैकेंड वन इज पावर ग्रिड कॉरपोरेशन। ये क्वेश्चन बहुत इंपॉर्टेंट है, अगर तुसी पंजाब का कोई भी एग्जाम देना है ऐसे क्वेश्चन वो बहुत पूछते हैं। ओके, सो सीधा पेपर च आ जाऊगा कि महारत्ना स्टेटस हुणे रिसेंटली किनू अकॉर्ड किया गया है। ओके, सो याद रखियो HPCL ते पावर ग्रिड कॉरपोरेशन। उस तो बाद अज का लास्ट करंट अफेयर है रिगार्डिंग सरदार वल्लभ भाई पटेल नैशनल यूनिटी अवार्ड। ओके, देखो 31 अक्टूबर नूं नैशनल यूनिटी डे सैलीब्रेट करते हैं। क्यों? बिकॉज इस दिन सरदार वल्लभ भाई पटेल जी की बर्थ एनिवर्सरी होंदी है। ओके, सो उन्हां दी बर्थ एनिवर्सरी के उपलक्ष्य दे विच सरदार पटेल नैशनल यूनिटी अवार्ड्स नूं लॉन्च किया गया, जो कि हाईएस्ट सिविलियन अवार्ड है अगर आपां किहड़ी फील्ड की गल करिए, यूनिटी एंड इंटीग्रिटी ऑफ इंडिया की गल करिए। ठीक है, देखो ये रिसेंटली लॉन्च किया गया, सो ये उपर क्वेश्चन आ सकता है पेपर दे विच। याद रखियो अगर तुहानूं पुछन हाईएस्ट सिविलियन अवार्ड इन फील्ड ऑफ कॉन्ट्रीब्यूशन टू यूनिटी एंड इंटीग्रिटी ऑफ इंडिया तो केड़ा है? सरदार पटेल नैशनल यूनिटी अवार्ड। ओके, सो
ਇਹ ਸੀ 25 ਕਰੰਟ ਅਫੇਅਰਸ। ਓਕੇ, आई होप ਤੁਹਾਨੂੰ ਕਰੰਟ ਅਫੇਅਰ ਸਾਰੇ ਸਮਝ ਆ ਗਏ ਹੋਣਗੇ। ਸੋ ਇਹਨਾਂ ਨੂੰ ਯਾਦ ਜ਼ਰੂਰ ਕਰ ਲਿਓ ਬਿਕੋਜ਼ ਇਹ ਸਾਰੇ ਕਰੰਟ ਅਫੇਅਰਸ ਇੰਪੋਰਟੈਂਟ ਹੈ। ਆਉਣ ਵਾਲੇ ਕਿਸੇ ਵੀ ਐਗਜ਼ਾਮ ਦੇ ਵਿੱਚ ਤੁਹਾਨੂੰ ਇਹਨਾਂ ਉੱਪਰ ਕੁਐਸਚਨਸ ਆ ਸਕਦੇ ਆ। ਸੋ ਅੱਜ ਦੇ ਲਈ ਇੰਨਾ ਹੀ, ਮਿਲਦੇ ਹਾਂ ਨੈਕਸਟ ਲੈਕਚਰ ਦੇ ਵਿੱਚ। ਥੈਂਕ ਯੂ ਸੋ ਮਚ।